ਹੈਲੋ ਸਟੂਡੈਂਟਸ, ਐਜ਼ ਯੂ ਨੋ ਵਿਗਿਆਨ ਦਾ ਵਿਸ਼ਾ ਲਰਨਿੰਗ ਬਾਈ ਡੂਇੰਗ ਦੇ ਪ੍ਰਿੰਸੀਪਲ ਦੇ ਉੱਤੇ ਬੇਸਡ ਹੈ। ਮਤਲਬ ਅਸੀਂ ਜੇ ਕਿਸੇ ਚੀਜ਼ ਨੂੰ ਆਪਣੇ ਹੱਥ ਨਾਲ ਕਰਕੇ ਵੇਖ ਲੈਂਦੇ ਹੈ ਤਾਂ ਉਹ ਸਾਡੇ ਮਾਈਂਡ ਦੇ ਵਿੱਚ ਲੰਬੇ ਸਮੇਂ ਤੱਕ ਰਹਿ ਸਕਦੀ ਹੈ। ਬਿਲਕੁਲ ਇਸੇ ਪ੍ਰਿੰਸੀਪਲ ਦੇ ਬੇਸ ਦੇ ਉੱਤੇ ਹੀ ਅਸੀਂ ਬਾਇਓਲੋਜੀ ਸਬਜੈਕਟ ਦੀ ਜੋ ਅੱਜ ਐਕਟੀਵਿਟੀ ਕਰਨ ਜਾ ਰਹੇ ਹਾਂ, ਦੈਟ ਐਕਟੀਵਿਟੀ ਇਜ਼ ਟੂ ਡਿਫਰੈਂਸ਼ੀਏਟ ਬਿਟਵੀਨ ਮੋਨੋਕॉट्स ਐਂਡ डाइकॉट्स ऑन द बेसिस ऑफ लीव्स एंड सीड्स। ऑल्दो मोनोकॉट्स ਤੇ डाइकॉट्स ਦੇ ਵਿੱਚ ਡਿਫਰੈਂਸ਼ੀਏਟ ਕਰਨ ਦੇ ਲਈ ਅਸੀਂ ਸਟੈਮ ਦੀ ਹੈਲਪ ਲੈ ਸਕਦੇ ਹਾਂ, ਲੀਵਸ ਦੀ ਲੈਣੇ ਹੈ, ਸੀਡਸ ਦੀ ਲੈਣੇ ਹੈ, ਫਲਾਵਰਸ ਦੀ ਲੈਣੇ ਹੈ, ਐਜ਼ ਵੈਲ ਐਜ਼ ਰੂਟਸ ਦੀ ਵੀ ਹੈਲਪ ਲੈ ਸਕਦੇ ਹਾਂ। ਬਟ ਅੱਜ ਦੀ ਐਕਟੀਵਿਟੀ ਦੇ ਵਿੱਚ ਅਸੀਂ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ਼ੀਏਟ ਕਰਨ ਦੇ ਲਈ ਇੱਕ ਸੀਡ ਨੂੰ ਸਟੱਡੀ ਕਰਾਂਗੇ ਤੇ ਦੂਸਰਾ ਇਹਨਾਂ ਦੇ ਲੀਵਸ ਦੀ ਵੈਨੇਸ਼ਨ ਨੂੰ ਸਟੱਡੀ ਕਰਾਂਗੇ ਤੇ ਨਾਲ ਅਸੀਂ ਲੀਵਸ ਦੀ ਵੈਨੇਸ਼ਨ ਦੀ ਲੀਫ ਰਵਿੰਗ ਐਕਟੀਵਿਟੀ ਵੀ ਸਿੱਖਾਂਗੇ। ਸੋ ਲੈਟਸ ਸਟਾਰਟ ਟੂਡੇਜ਼ ਐਕਟੀਵਿਟੀ ਵਿਦ ਸੀਡਸ। मोनोकॉट्स ਤੇ डाइकॉट्स ਦੇ ਡਿਫਰੈਂਸ ਨੂੰ ਕਲੀਅਰ ਕਰਨ ਦੇ ਲਈ ਅਸੀਂ ਕੁਝ ਕੁ ਸੀਡਸ ਲਏ ਹੈ, ਜਿਸ ਦੇ ਵਿੱਚ ਸਾਡੇ ਕੋਲ ਮੇਜ ਹੈ, ਰਾਈਸ ਹੈ, ਗ੍ਰੈਮ ਸੀਡਸ ਨੇ, ਐਲਮੰਡਸ ਨੇ ਐਂਡ ਕੈਸ਼ੂ ਹੈ। ਇਹਨਾਂ ਸੀਡਸ ਦੇ ਬੇਸ ਤੇ ਅਸੀਂ ਦੇਖਣਾ ਹੈ ਕਿ ਕਿਹੜੇ ਇਹਨਾਂ ਦੇ ਵਿੱਚੋਂ डाइकॉट्स ਦੀ ਕੈਟਾਗਰੀ ਚ ਆਉਂਦੇ, ਕਿਹੜੇ मोनोकॉट्स ਦੀ ਕੈਟਾਗਰੀ ਚ ਆਉਂਦੇ ਹੈ। ਐਜ਼ ਦਾ ਨੇਮ ਇੰਡੀਕੇਟਸ डाइकॉट्स ਉਹ ਹੁੰਦੇ ਜਿਨ੍ਹਾਂ ਕੋਲ ਦੋ ਕਾਟਿਲਿਡਨਸ ਪ੍ਰੈਜ਼ੈਂਟ ਹੈਗੇ ਹੈ। ਜਿਸ ਤਰ੍ਹਾਂ ਮੈਂ ਇੱਥੇ ਗੱਲ ਕਰਦਾ, ਸਾਡੇ ਕੋਲ ਇਹ ਮੇਜ਼ ਹੈ, ਆਪਣੇ ਗ੍ਰੈਮ ਹੈ। ਗ੍ਰੈਮ ਸੀਡਸ ਦੇ ਵਿੱਚ ਅਸੀਂ ਕਾਟਿਲਿਡਨਸ ਨੂੰ ਦੇਖਣ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਸ ਦੇ ਉੱਪਰ ਇੱਕ ਸੀਡ ਕੋਟ ਹੁੰਦੀ ਹੈ। ਅਸੀਂ ਸੀਡ ਕੋਟ ਨੂੰ ਰਿਮੂਵ ਕਰਦੇ ਹਾਂ। ਸੀਡ ਕੋਟ ਨੂੰ ਰਿਮੂਵ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਜਦੋਂ ਸੀਡ ਦੇਖਦੇ ਹਾਂ ਤਾਂ ਇਸ ਦੇ ਵਿੱਚ ਦੋ ਇਕੁਅਲ ਪਾਰਟਸ ਜਿਹੜੇ ਹੈਗੇ ਉਹ ਆ ਜਾਂਦੇ ਹੈ। ਟੂ ਇਕੁਅਲ ਪਾਰਟਸ ਆਉਣ ਦਾ ਮਤਲਬ ਕੀ ਹੈ ਕਿ ਇਸ ਦੇ ਵਿੱਚ ਦੋ ਕਾਟਿਲਿਡਨ ਪ੍ਰੈਜ਼ੈਂਟ ਹੈ। ਬਿਲਕੁਲ ਇਸੇ ਤਰੀਕੇ ਨਾਲ ਸਾਡੇ ਕੋਲ ਹੋਰ ਵੀ ਗ੍ਰੈਮ ਸੀਡਸ ਜਿਹੜੇ ਇੱਥੇ ਪਏ ਹੈ, ਇਹਨਾਂ ਸਾਰਿਆਂ ਦੇ ਵਿੱਚ ਅਸੀਂ ਕਾਟਿਲਿਡਨਸ ਜਦੋਂ ਦੇਖਦੇ ਹਾਂ ਦੋ ਕਾਟਿਲਿਡਨਸ ਹੋਣ ਕਰਕੇ, ਸੋ ਥੀਸ ਆਰ ਪਲੇਸਡ ਅੰਡਰ ਦਾ ਕੈਟਾਗਰੀ ਆਫ डाइकॉट्स। ਇਸ ਤੋਂ ਬਾਅਦ ਦੇ ਵਿੱਚ ਸਾਡੇ ਕੋਲ ਮੇਜ਼ ਹੈ। ਮੇਜ਼ ਦਾ ਜਿਹੜਾ ਸੀਡ ਹੈਗਾ ਇਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਦੇ ਕੋਈ ਵੀ ਦੋ ਇਕੁਅਲ ਪਾਰਟਸ ਨਹੀਂ ਹੈ, ਲੈਫਟ ਐਂਡ ਰਾਈਟ ਪਾਰਟਸ ਨਾ ਹੋਣ ਕਰਕੇ, ਸੋ ਜਿਹੜਾ ਮੇਜ਼ ਆ ਜਾਂਦਾ ਹੈ ਇਹ मोनोकॉट्स ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਹੈ। ਬਿਲਕੁਲ ਇਸੇ ਤਰੀਕੇ ਨਾਲ ਹੀ ਸਾਡੇ ਕੋਲ ਕੈਸ਼ੂ ਹੈ। ਸੋ ਕੈਸ਼ੂ ਦੇ ਵੀ ਜਦੋਂ ਅਸੀਂ ਦੇਖਦੇ ਹਾਂ, ਇਸ ਦੇ ਪਾਰਟਸ ਵੇਖਦੇ ਹੈਗੇ ਹੈ ਤਾਂ ਇਸ ਨੂੰ ਓਪਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਕੈਸ਼ੂ ਦੇ ਵੀ ਜਿਹੜੇ ਦੋ ਪਾਰਟਸ ਆ ਜਾਂਦੇ ਆ। ਸੋ ਦੋ ਪਾਰਟਸ ਹੋਣ ਕਰਕੇ ਜਿਹੜਾ ਹੈਗਾ ਅਸੀਂ ਕਹਿ ਦਿੰਦੇ ਹਾਂ ਕਿ ਇਹ ਵੀ डाइकॉट्स ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਆ। ਸੋ ਇਹ ਵੀ डाइकॉटिलिडन्स ਹੈਗੇ ਹੈ। ਇਸੇ ਤਰੀਕੇ ਨਾਲ ਹੀ ਸਾਡੇ ਕੋਲੇ ਐਲਮੰਡਸ ਨੇ। ਐਲਮੰਡਸ ਦੀ ਜਦੋਂ ਅਸੀਂ ਸੀਡ ਕੋਟ ਉਤਾਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਥੋੜੀ ਡਰਾਈ ਹੁੰਦੀ ਹੈ, ਦੈਟਸ ਵਾਈ ਅਸੀਂ ਇਸ ਨੂੰ ਭਿਉਂ ਸਕਦੇ ਹਾਂ ਪਹਿਲਾਂ ਪਾਣੀ ਦੇ ਵਿੱਚ, ਜਿਸ ਦੇ ਨਾਲ ਇਹ ਸੌਫਟ ਹੋ ਜਾਂਦੀ ਹੈ। ਸੀਡ ਕੋਟ ਨੂੰ ਅਸੀਂ ਰਿਮੂਵ ਕਰ ਸਕਦੇ ਹਾਂ ਤੇ ਸੀਡ ਕੋਟ ਨੂੰ ਜਦੋਂ ਰਿਮੂਵ ਕਰਨਾ ਹੈ, ਇਸ ਤੋਂ ਬਾਅਦ 'ਚ ਇਸ ਦੇ ਜਿਹੜਾ ਹੈਗਾ ਸੀਡ ਦੇ ਅਸੀਂ ਪਾਰਟਸ ਦੇਖਦੇ ਹਾਂ ਤਾਂ ਇਸ ਦੇ ਵੀ ਸਾਡੇ ਕੋਲ ਜਿਹੜੇ ਦੋ ਪਾਰਟਸ ਹੁੰਦੇ ਆ, ਦੈਟਸ ਵਾਈ ਇਹ ਵੀ डाइकॉटिलिडन्स ਦੀ ਕੈਟਾਗਰੀ ਦੇ ਵਿੱਚ ਅਸੀਂ ਇਸ ਨੂੰ ਪਲੇਸ ਕਰਾਂਗੇ। ਇਸ ਤੋਂ ਬਾਅਦ 'ਚ ਰਾਈਸ ਹੈਗਾ। ਰਾਈਸ ਵੀ ਮੇਜ਼ ਦੀ ਤਰ੍ਹਾਂ ਹੀ मोनोकॉट्स ਦੀ ਕੈਟਾਗਰੀ ਦੇ ਵਿੱਚ ਆਉਂਦੇ ਆ। ਸੋ ਇਨ ਦਿਸ ਵੇ ਅਸੀਂ ਸੀਡਸ ਦੇ ਬੇਸ ਤੇ मोनोकॉट ਤੇ डाइकॉट ਦੀ ਡਿਫਰੈਂਸ਼ੀਏਸ਼ਨ ਕਰ ਸਕਦੇ ਹਾਂ। ਸੀਡ ਤੋਂ ਬਾਅਦ ਦੇ ਵਿੱਚ ਹੁਣ ਅਸੀਂ ਨੈਕਸਟ ਮੂਵ ਕਰਦੇ ਹਾਂ ਲੀਵਸ ਵੱਲ। ਸੀਡਸ ਤੋਂ ਬਾਅਦ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਲੀਵਸ ਦੀ ਵੈਨੇਸ਼ਨ ਦੀ। ਜਿਸ ਤਰ੍ਹਾਂ ਮੈਂ ਦੋ ਕੈਟਾਗਰੀਜ਼ ਦੇ ਵਿੱਚ ਇੱਥੇ ਲੀਵਸ ਲਏ ਹੈ। ਇਹ ਕੁਝ ਲੀਵਸ ਜਿਹੜੇ मोनोकॉट ਪਲਾਂਟਸ ਦੇ ਲੀਵਸ ਨੇ ਤੇ ਇਹ डाइकॉट ਪਲਾਂਟਸ ਦੇ ਲੀਵਸ ਨੇ। ਇਹਨਾਂ ਲੀਵਸ ਦੇ ਵਿੱਚ ਜਦੋਂ ਅਸੀਂ ਇਹਨਾਂ ਲੀਵਸ ਦੇ ਵੈਨੇਸ਼ਨ ਦੇ ਪੈਟਰਨ ਨੂੰ ਵੇਖਦੇ ਹਾਂ, ਵੈਨੇਸ਼ਨ ਕੀ ਹੈ ਕਿ ਇਸ ਲੀਫ ਦੇ ਪਿੱਛੇ ਜੋ ਮਿਡਰਿਬ ਆ ਰਹੀ ਹੈ, ਜਿਹੜਾ ਕਿ ਐਕਚੁਅਲ ਦੇ ਵਿੱਚ ਇਸ ਦਾ ਵੈਸਕੂਲਰ ਟਿਸ਼ੂ ਹੈ, ਜ਼ਾਈਲਮ ਤੇ ਫਲੋਇਮ ਹੈ। ਇਹ ਵੈਸਕੂਲਰ ਟਿਸ਼ੂ ਲੀਫ ਦੇ ਵਿੱਚ ਆ ਕੇ ਅਲੱਗ-ਅਲੱਗ ਵੇਨਸ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਐਂਡ ਥੀਸ ਵੇਨਸ ਆਰ ਫਰਦਰ ਡਿਵਾਈਡਡ ਇਨਟੂ ਵੇਨਲੈਟਸ। ਇਹ ਵੇਨਸ ਤੇ ਵੇਨਲੈਟਸ ਦਾ ਜਿਹੜਾ ਪੈਟਰਨ ਹੈਗਾ, ਇਸ ਪੈਟਰਨ ਨੂੰ ਜੇ ਤੁਸੀਂ ਇਸ ਲੀਵ ਦੇ ਵਿੱਚ ਧਿਆਨ ਨਾਲ ਦੇਖੋ ਤਾਂ ਇਹ ਇੱਕ ਰੈਟੀਕੂਲਮ ਦੀ ਤਰ੍ਹਾਂ ਹੈ, ਇੱਕ ਨੈਟਵਰਕ ਬਣਾ ਰਿਹਾ ਹੈ। ਦੈਟਸ ਵਾਈ ਇਸ ਵੈਨੇਸ਼ਨ ਨੂੰ, ਇਸ ਅਰੇਂਜਮੈਂਟ ਨੂੰ ਅਸੀਂ ਰੈਟੀਕੂਲੇਟ ਵੈਨੇਸ਼ਨ ਬੋਲ ਦਿੰਦੇ ਹਾਂ। ਇਸ ਲੀਫ ਦੀ ਜਿਹੜੀ ਹੈਗੀ ਹੈ ਇਹ ਵੈਂਟਰਲ ਸਾਈਡ ਹੈ, ਬਟ ਵੈਂਟਰਲ ਸਾਈਡ ਦੇ ਉੱਤੇ ਇਹ ਜ਼ਿਆਦਾ ਪ੍ਰੋਮੀਨੈਂਟ ਨਹੀਂ ਹੁੰਦੀਆਂ, ਜਦੋਂ ਕਿ ਡੋਰਸਲ ਸਾਈਡ ਦੇ ਉੱਤੇ ਬੜੇ ਵਧੀਆ ਤਰੀਕੇ ਨਾਲ ਅਸੀਂ ਇਹਨਾਂ ਵੇਨਸ ਨੂੰ ਤੇ ਵੇਨਲੈਟਸ ਦੇ ਨੈਟਵਰਕ ਨੂੰ ਵੇਖ ਸਕਦੇ ਹਾਂ। ਸੋ ਰੈਟੀਕੂਲੇਟ ਵੈਨੇਸ਼ਨ ਹੈ। ਔਨ ਦਾ ਅਦਰ ਹੈਂਡ ਮੈਂ ਇੱਕ ਹੋਰ ਲੀਫ ਇੱਥੇ ਲੈ ਰਹੇ ਹਾਂ। ਇਸ ਲੀਫ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਜਿੰਨੀਆਂ 20 ਵੇਨਸ ਇੱਥੋਂ ਜਾ ਰਹੀਆਂ ਨੇ, ਮਿਡਰਿਬ ਦੇ ਵਿੱਚੋਂ ਜਾ ਰਹੀਆਂ ਨੇ, ਇਹ ਸਾਰੀਆਂ ਵੇਨਸ ਇੱਕ ਦੂਸਰੇ ਦੇ ਪੈਰਲਲ ਰਨ ਕਰ ਰਹੀਆਂ, ਉੱਪਰ ਜਾ ਕੇ ਦੁਬਾਰਾ ਫੇਰ ਮੀਟ ਕਰ ਰਹੀਆਂ ਨੇ। ਇੱਕ ਦੂਸਰੇ ਦੇ ਪੈਰਲਲ ਰਨ ਕਰਨ ਤੋਂ ਬਾਅਦ 'ਚ ਇਹਨਾਂ ਦੇ ਵਿੱਚ ਕੋਈ ਨੈਟਵਰਕ ਨਹੀਂ ਬਣ ਰਿਹਾ। ਨੈਟਵਰਕ ਨਾ ਬਣਨ ਕਰਕੇ ਇਸ ਨੂੰ ਅਸੀਂ ਜਿਹੜਾ ਹੈਗਾ ਪੈਰਲਲ ਰਨ ਕਰਨ ਕਰਕੇ ਇਸ ਨੂੰ ਪੈਰਲਲ ਵੈਨੇਸ਼ਨ ਬੋਲ ਦਿੰਦੇ ਹਾਂ। ਸੋ ਮੇਰੇ ਕੋਲ ਦੋ ਤਰ੍ਹਾਂ ਦੇ ਲੀਵਸ ਨੇ। ਕੁछ ਲੀਵਸ इस तरह के ने जिन्हों को पैरल वेनेशन है तो कुछ लीवस इस तरह के ने जिन्हों को रेटिकुलेट वेनेशन हैगी है। सो जिन्ने भी
ਲੀਵਸ ਦੀ ਵੈਨੇਸ਼ਨ ਪੈਰਲਲ ਹੈ ਉਹ ਸਾਰੇ ਮੋਨੋਕॉट ਪਲਾਂਟਸ ਹੁੰਦੇ ਹੈ ਤੇ ਰੈਟੀਕੂਲੇਟ ਵੈਨੇਸ਼ਨ ਵਾਲੇ ਜਿਹੜੇ ਲੀਵਸ ਹੈਗੇ ਨੇ ਉਹ ਡਾਈਕॉट ਪਲਾਂਟਸ ਦੇ ਹੁੰਦੇ ਹੈ। ਸੋ ਇਨ ਦਿਸ ਵੇ ਅਸੀਂ ਇੱਕ ਡਿਸਟਿੰਕਸ਼ਨ ਕ੍ਰੀਏਟ ਕਰ ਸਕਦੇ ਹਾਂ। ਸੋ ਵੈਸੇ ਵੀ ਜਿਹੜੇ ਇਹ ਡਾਈਕॉट ਲੀਵਸ ਹੈਗੇ ਨੇ ਬੜੇ ਬ੍ਰੌਡ ਹੁੰਦੇ ਹੈ ਤੇ ਮੋਨੋਕॉट ਲੀਵਸ ਜਿਹੜੇ ਹੈਗੇ ਨੇ ਉਹ ਜਨਰਲੀ ਲੌਂਗ ਹੁੰਦੇ ਹੈ। ਸੋ ਥਿਨ ਲੀਵਸ ਹੁੰਦੇ ਹੈ। ਸੋ ਇਸ ਤਰੀਕੇ ਨਾਲ ਸਾਡੇ ਕੋਲ ਮੋਨੋਕॉट्स ਤੇ ਡਾਈਕॉट्स ਦਾ ਇਹ ਡਿਫਰੈਂਸ ਹੋ ਜਾਂਦਾ ਹੈ। ਇਸ ਤੋਂ ਇਲਾਵਾ ਬੇਟਾ ਜਿਹੜੀਆਂ ਇਹ ਡਾਈਕॉट ਲੀਵਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਸ ਦੇ ਪਿੱਛੇ ਵੇਨਸ ਦਾ ਪੈਟਰਨ ਹੈ। ਕਈ ਵਾਰੀ ਪੈਟਰਨ ਬਹੁਤਾ ਪ੍ਰੋਮੀਨੈਂਟ ਨਹੀਂ ਹੁੰਦਾ, ਨਹੀਂ ਦਿਖਾਈ ਦਿੰਦਾ, ਤਾਂ ਇਸ ਨੂੰ ਵੇਖਣ ਦੇ ਲਈ ਅਸੀਂ ਇੱਕ ਆਰਟ ਵਰਕ ਵੀ ਕਰ ਸਕਦੇ ਹਾਂ ਤੇ ਨਾਲ ਸਾਡੀ ਇੱਕ ਐਕਟੀਵਿਟੀ ਵੀ ਹੋ ਜਾਂਦੀ ਹੈ, ਦੈਟ ਇਜ਼ ਲੀਫ ਰਬਿੰਗ ਐਕਟੀਵਿਟੀ। ਲੀਫ ਰਬਿੰਗ ਦੇ ਲਈ ਅਸੀਂ ਕੀ ਕਰਨਾ ਹੈ, ਅਸੀਂ ਇੱਕ ਪਲੇਨ ਪੇਪਰ ਲੈਣਾ, ਇੱਕ ਵਾਈਟ ਸ਼ੀਟ ਜਿਹੜੀ ਹੈਗੀ ਉਹ ਲੈ ਲੈਣੀ ਹੈ ਤੇ ਉਸ ਦੇ ਉੱਪਰ ਜਿਹੜੇ ਇਹ ਲੀਵਸ ਨੇ ਇਹਨਾਂ ਲੀਵਸ ਨੂੰ ਅਸੀਂ ਅਰੇਂਜ ਕਰਨਾ ਹੈਗਾ, ਜਿਹੜੇ ਲੀਵਸ ਦਾ ਅਸੀਂ ਕੋਈ ਪੈਟਰਨ ਡਰਾ ਕਰਨਾ ਚਾਹੁੰਦੇ ਹਾਂ। ਸੋ ਇਸ ਤਰੀਕੇ ਨਾਲ ਇਹਨਾਂ ਲੀਵਸ ਨੂੰ ਅਰੇਂਜ ਕਰ ਲੈਣਾ ਹੈ। ਇਸ ਤੋਂ ਬਾਅਦ 'ਚ ਅਸੀਂ ਇੱਕ ਹੋਰ ਵਾਈਟ ਸ਼ੀਟ ਲੈ ਕੇ, ਇਸ ਨੂੰ ਪਲੇਨ ਪੇਪਰ ਲੈ ਕੇ ਜਿਸ ਦੇ ਉੱਤੇ ਅਸੀਂ ਰਬਿੰਗ ਕਰਨਾ ਚਾਹੁੰਦੇ ਹਾਂ, ਡਰਾ ਕਰਨਾ ਚਾਹੁੰਦੇ ਹਾਂ, ਇਸ ਨੂੰ ਇਸ ਉੱਪਰ ਰੱਖ ਲੈਣਾ। ਕਵਰ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਕਲਰਡ ਪੈਨਸਲਸ ਦੇ ਨਾਲ ਇਸ ਨੂੰ ਡਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਹੀ ਅਸੀਂ ਇਸ ਦੀ ਟ੍ਰੇਸਿੰਗ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਨੀਚੇ ਲੀਵ ਸੀ ਉਸ ਲੀਵਸ ਦੀਆਂ ਵੇਨਸ ਤੇ ਵੇਨਲੈਟਸ ਪ੍ਰੋਪਰਲੀ ਇੱਥੇ ਦਿਖਾਈ ਦੇ ਰਹੀਆਂ ਨੇ ਤੇ ਉਸ ਦਾ ਜਿਹੜਾ ਨੈਟਵਰਕ ਹੈ, ਪੈਟਰਨ ਹੈ, ਉਸ ਦਾ ਸਾਨੂੰ ਬੜਾ ਕਲੀਅਰਲੀ ਇਹਦੇ ਵਿੱਚ ਪਤਾ ਲੱਗ ਗਿਆ ਕਿ ਰੈਟੀਕੂਲੇਟ ਵੈਨੇਸ਼ਨ ਸੀ ਤੇ ਰੈਟੀਕੂਲੇਟ ਵੈਨੇਸ਼ਨ ਦਾ ਨੈਟਵਰਕ ਇਸ ਦੇ ਵਿੱਚ ਦਿਖਾਈ ਦੇ ਰਿਹਾ ਹੈ। ਇਸੇ ਤਰੀਕੇ ਨਾਲ ਹੀ ਜਿੰਨੇ ਵੀ ਇਹਦੇ ਵਿੱਚ ਲੀਵਸ ਨੇ ਅਸੀਂ ਉਹਨਾਂ ਸਾਰੇ ਲੀਵਸ ਦਾ ਪੈਟਰਨ ਡਰਾ ਕਰਾਂਗੇ ਤਾਂ ਜਿੱਥੇ ਸਾਡੇ ਕੋਲ ਬੜੇ ਅੱਛੇ ਡਿਜ਼ਾਈਨਸ ਬਣ ਜਾਣਗੇ ਜਿਨ੍ਹਾਂ ਨਾਲ ਅਸੀਂ ਆਪਣੀ ਪ੍ਰੈਕਟੀਕਲ ਦੀਆਂ ਨੋਟਬੁੱਕਸ ਨੂੰ ਵੀ ਕਵਰ ਕਰ ਸਕਦੇ ਹਾਂ ਜਾਂ ਆਪਣੀ ਕਾਪੀ ਦੇ ਵਿੱਚ ਲਗਾ ਸਕਦੇ ਹਾਂ। ਉਸੇ ਤਰੀਕੇ ਨਾਲ ਹੀ ਅਸੀਂ ਆਪਣੀ ਬਾਇਓਲੋਜੀ ਲੈਬ ਦੇ ਵਿੱਚ, ਆਪਣੇ ਕਲਾਸਰੂਮ ਦੇ ਵਿੱਚ ਵੀ ਇਸ ਦੇ ਬੜੇ ਅੱਛੇ ਅਸੀਂ ਫਰੇਮਸ ਬਣਾ ਕੇ ਇਸ ਨੂੰ ਲਗਾ ਸਕਦੇ ਹਾਂ ਤੇ ਨਾਲ ਸਾਡਾ ਵੈਨੇਸ਼ਨ ਦਾ ਜਿਹੜਾ ਕਨਸੈਪਟ ਹੈਗਾ, ਵੈਨੇਸ਼ਨ ਦਾ ਕਨਸੈਪਟ ਵੀ ਬੜਾ ਵਧੀਆ ਤਰੀਕੇ ਨਾਲ ਕਲੀਅਰ ਹੋ ਜਾਂਦਾ ਹੈ। ਸੋ ਇਹ ਲੀਫ ਰਬਿੰਗ ਹੈ ਜਿਸ ਦੇ ਨਾਲ ਅਲੱਗ-ਅਲੱਗ ਲੀਵਸ ਦੀ ਵੈਨੇਸ਼ਨ ਦਾ ਪਤਾ ਲੱਗਦਾ ਹੈ। ਪਿਆਰੇ ਵਿਦਿਆਰਥੀਓ, ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਐਕਟੀਵਿਟੀ ਵਧੀਆ ਤਰੀਕੇ ਨਾਲ ਸਮਝ ਲੱਗ ਗਈ ਹੋਏਗੀ। ਹੁਣ ਤੁਸੀਂ ਫੀਲਡ ਦੇ ਵਿੱਚ ਜਾਣਾ ਹੈ, ਵੱਖ-ਵੱਖ ਪਲਾਂਟਸ ਦੇ ਲੀਵਸ ਵੇਖਣੇ ਹੈ, ਉਹਨਾਂ ਲੀਵਸ ਦੀ ਵੈਨੇਸ਼ਨ ਨੂੰ ਸਟੱਡੀ ਕਰਨਾ ਹੈ ਤੇ ਵੈਨੇਸ਼ਨ ਦੇ ਬੇਸ ਦੇ ਉੱਤੇ ਤੁਸੀਂ ਇਹ ਡਿਸਾਈਡ ਕਰਨਾ ਹੈ ਕਿ ਵੈਦਰ ਦੀਜ਼ ਆਰ ਮੋਨੋਕॉट्स ਔਰ ਡਾਈਕॉट्स। ਸਿਮਿਲਰਲੀ ਤੁਸੀਂ ਆਪਣੀ ਕਿਚਨ ਦੇ ਵਿੱਚੋਂ ਅਲੱਗ-ਅਲੱਗ ਸੀਡਸ ਲੈ ਸਕਦੇ ਹੋ ਤੇ ਉਹਨਾਂ ਸੀਡਸ ਨੂੰ ਬੇਟਾ ਸਟੱਡੀ ਕਰਕੇ ਤੁਸੀਂ ਮੋਨੋਕॉट ਤੇ ਡਾਈਕॉट ਸੀਡਸ ਨੂੰ ਡਿਸਟਿੰਕਸ਼ਨ ਉਹਨਾਂ ਦੇ ਵਿੱਚ ਦੱਸ ਸਕਦੇ ਹੋ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮਚ।